इन्ने लायक बच्चे असी कहने आ भी आइज का पेपर क्लीयर किया, कल्ले अपने दम ते कैनेडा आना है, एक अलग मुल्क च आना है, तो इन्नी जिम्मेवारी नहीं बनी भी जिथे साइन होया उत्थे साइन करते। एक स्टूडेंट आ ਉਹਦੇ ਵਾਸਤੇ ਪਹਿਲੀ ਵਾਰ ਕੈਨੇਡਾ ਆਉਣਾ ਉਹਨੇ, ਕੀ ਉਹਦੇ ਵਾਸਤੇ ਉਹਦੇ ਕੋਲ ਕੋਈ ਤਜਰਬਾ ਹੈ, ਕੀ ਉਹਦੇ ਮਾਂ-ਬਾਪ ਦੇ ਕੋਲ ਕੋਈ ਜਾਣਕਾਰੀ ਇੰਨੀ ਹੈ ਕਿ ਉਹ ਇਸ ਸਥਿਤੀ 'ਚ ਹੁੰਦਾ ਹੈ ਕਿ ਉਹ ਇਸ ਚੀਜ਼ ਨੂੰ ਵੈਰੀਫਾਈ ਕਰ ਸਕੇ। ਜੇ ਉਹਨਾਂ ਕੋਲੇ ਇੰਨੇ ਹੀ ਰਿਸੋਰਸਿਸ ਹੁੰਦੇ, ਜੇ ਉਹ ਇੰਨੇ ਹੀ ਕਾਬਲ ਹੋ ਸਕਦੇ ਕਿ ਉਹ ਆਪਣੇ ਆਪ ਆਪਣੇ ਲੈਵਲ ਤੇ ਇਹਨਾਂ ਚੀਜ਼ਾਂ ਦੀ ਸੱਚ ਝੂਠ ਨੂੰ ਉਹ ਵੈਰੀਫਾਈ ਕਰ ਸਕਦੇ ਹੁੰਦੇ, ਫਿਰ ਉਹਨਾਂ ਨੂੰ ਇਹਨਾਂ ਧੋਖੇਬਾਜ਼ ਏਜੰਟਾਂ ਦੀ ਲੋੜ ਕਿਉਂ ਪੈਂਦੀ? मैं तो बार बार अपनी वीडियोज़ च भी जिक्र करता कि LMIA होवे कोई भी होवे एजेंट किन्ना मोटा पैसा लैंदे ने। आपां किहड़ा सोचदे आ सानू भी तां अग लगी है कनेडा आउण दी भी यार तू कनेडा पहुंचा दे। किन्ने स्टूडेंट ये भी जानते ने भी यार तू जिवें मर्जी पहुंचा दे, चाहे साड़ी फेक ऑफर लैटर ही दवा दे। ਉਹ ਵਿਚਾਰੇ ਇੱਥੇ ਪੜ੍ਹਨ ਵਾਸਤੇ ਆਏ, ਉਦੋਂ ਬਾਅਦ ਉਹਨਾਂ ਨੇ PR ਲੈਣੀ ਸੀ, ਪੜ੍ਹਾਈ ਉਹਨਾਂ ਦੀ ਕੰਪਲੀਟ ਹੋ ਗਈ, 4 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਘੱਟੋ ਘੱਟ ਇਨਵੈਸਟ ਕੀਤੇ ਆ, ਹਰ ਕਿਸੇ ਨੇ, ਕਈਆਂ ਦੇ 5 ਵੀ ਹੋ ਗਏ ਆ, लेकिन जिस टारगेट लिए वो आए सी वो अचीव नहीं हो पाया। उल्टा वो ठगे हुए महसूस कर रहे हैं फाइनैशियली, मैंटली ते फिजिकली। ਅਸੀਂ ਆਪ ਨੂੰ ਪੁੱਛ ਕੇ ਦੇਖ ਲਈਏ ਸਾਡੀ ਕਮਿਊਨਿਟੀ 'ਚ ਕਿਹੜਾ ਬੱਚਾ ਹੈ, ਕਿੰਨੇ ਪਰਸੈਂਟੇਜ ਹੋਊਗੀ ਜਿਹੜਾ ਕਹੂਗਾ ਯਾਰ ਮੈਂ ਤਾਂ ਇਹ ਕੋਰਸ ਕਰਨਾ ਹੈ ਕਿਉਂਕਿ ਉੱਥੇ ਪੜ੍ਹਾਈ ਵਧੀਆ ਹੈ। ਤੁਸੀਂ ਜਦੋਂ ਵੀਜ਼ਾ ਜਾਰੀ ਕਰਨਾ ਹੈ ਤੁਸੀਂ ਉਹਦੀ ਪੂਰੀ ਵੈਰੀਫਿਕੇਸ਼ਨ ਕਰੋ। ਕੈਨੇਡਾ ਤੋਂ ਲੈਟਰ ਇਸ਼ੂ ਹੋਏ ਹੈ, ਬੱਚਾ ਉੱਥੇ ਬੈਠਾ ਹੈ, ਬੱਚੇ ਕੋਲੇ ਕੋਈ ਜ਼ਰੀਆ ਨਹੀਂ ਹੈਗਾ ਵੈਰੀਫਾਈ ਕਰਨ ਦਾ, ਜਾਂ ਕਹਿ ਲਓ ਚਲੋ ਉਸਨੇ ਉਹਦਾ ਤਰੱਦਦ ਨਹੀਂ ਕੀਤਾ, ਸਰਕਾਰ ਤਾਂ ਬੜੇ ਆਰਾਮ ਨਾਲ ਕਰ ਸਕਦੀ ਹੈ, IRCC ਡਿਪਾਰਟਮੈਂਟ ਬੜੇ ਆਰਾਮ ਨਾਲ ਉਸ ਚੀਜ਼ ਨੂੰ ਵੈਰੀਫਾਈ ਕਰ ਸਕਦਾ, ਕਿਉਂ ਨਹੀਂ ਕੀਤਾ ਗਿਆ? ਆ ਫੇਕ ਜਿਹੜੇ ਵਿਆਹ ਹੋਣ ਲੱਗੇ ਸੀਗੇ, ਹੁਣ ਕੈਨੇਡਾ ਇੱਥੇ ਕਿੰਨਾ ਸਟ੍ਰਿਕਟ ਹੋ ਗਿਆ। ਹੁਣ ਅਸੀਂ ਨਵਾਂ ਤਰੀਕਾ ਲੱਭ ਲਿਆ ਵੀ ਜੀ ਮੁੰਡੇ ਸਾਡੇ ਤੋਂ ਆਇਲਸ ਹੁੰਦੀ ਨਹੀਂ, ਕੁੜੀ ਨੂੰ ਕਰਾ ਦਿੰਦੇ ਆ, ਪੈਸੇ ਅਸੀਂ ਦੇਵਾਂਗੇ, ਬਸ ਵਿਆਹ ਕਰਾ ਕੇ ਕੈਨੇਡਾ ਲੈ ਜਾਓ। ਕੈਨੇਡਾ ਸਰਕਾਰ ਬੱਚਿਆਂ ਤੋਂ 4 ਸਾਲ ਟੈਕਸ ਲੈ ਕੇ ਉਹਨਾਂ ਤੋਂ 4 ਸਾਲ ਪੂਰੇ ਜ਼ਬਰਦਸਤ ਤਰੀਕੇ ਨਾਲ ਕੰਮ ਲੈ ਕੇ ਉਹਨਾਂ ਨੂੰ ਐਕਸਪਲੋਇਟ ਕਰਕੇ, ਮੈਂ ਤਾਂ ਕਹੂੰਗਾ ਇਨਫੈਕਟ ਕਿ ਉਹਨਾਂ ਨੂੰ ਹੁਣ ਇੱਦਾਂ ਘਰ ਭੇਜ ਦੇਣਗੇ। ਕਿ ਲਾਅ ਦੀ ਨੌਲੇਜ ਨਾ ਹੋਣਾ ਤੁਹਾਨੂੰ ਬਰੀ ਨਹੀਂ ਕਰਦੀ। ਜਿਵੇਂ ਅਸੀਂ ਕਹਿੰਦੇ ਸੌਰੀ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਲਾਅ ਹੈ, ਉਹ ਤੁਹਾਨੂੰ ਕਦੀ ਬਰੀ ਨਹੀਂ ਕਰਦਾ। ਬਹੁਤ ਗੱਲਾਂ ਹੋ ਗਈਆਂ, ਬਹੁਤ ਰਿਪੋਰਟਸ ਆ ਗਈਆਂ ਕਿ ਕਈ 100 ਬੱਚੇ ਸਾਡੇ ਸਟੂਡੈਂਟਸ ਇੱਥੋਂ ਕੈਨੇਡਾ ਤੋਂ ਡਿਪੋਰਟ ਹੋ ਸਕਦੇ ਨੇ। ਪਰ ਹੁਣ ਸਮਾਂ ਇਹ ਹੈ ਕਿ ਇਸ ਤੋਂ ਅੱਗੇ ਵੱਧ ਕੇ ਜ਼ਿੰਮੇਵਾਰੀ ਫਿਕਸ ਕਰਨ ਦੀ ਗੱਲ ਕਰੀਏ ਤਾਂ ਕਿ ਅੱਗੇ ਤੋਂ ਇਹੋ ਜਿਹਾ ਕੁਝ ਨਾ ਹੋਵੇ, ਬਾਕੀ ਦੇ ਸਟੂਡੈਂਟਸ ਸਾਡੇ, ਬਾਕੀ ਦੇ ਜਵਾਕ ਇੱਥੇ ਬਚ ਜਾਣ। ਸੋ ਕੀ ਇਹ ਸਟੂਡੈਂਟਸ ਗਲਤ ਨੇ? ਕਿੰਨੀ ਕੁ ਗਲਤੀ ਇਹਨਾਂ ਦੀ ਹੈ? IRCC ਕੈਨੇਡਾ ਗਲਤ ਹੈ, ਕਿੰਨੀ ਕੁ ਗਲਤੀ ਉਹਦੀ ਹੈ? ਕਿ ਪੰਜਾਬ ਸਰਕਾਰ, ਇੰਡੀਆ ਦੀ ਸਰਕਾਰ ਕੁਝ ਕਰ ਸਕਦੀ ਸੀ ਤੇ ਆ ਕਰਪਟ ਏਜੰਟਸ ਦੀ, ਇਹ ਸਾਰੇ ਦੀ ਅੱਜ ਗੱਲ ਕਰਾਂਗੇ ਵਾਦ ਵਿਵਾਦ ਦੇ ਵਿੱਚ। ਸੋ ਜਤਿੰਦਰ ਜੀ ਮੇਰੇ ਨਾਲ ਨੇ। ਜਤਿੰਦਰ ਜੀ ਵੈਲਕਮ। ਤੇ ਨਾਲ ਹੀ ਸ਼ੁਰੂ ਕਰੀਏ ਕਿ ਇਹ ਸਟੂਡੈਂਟਸ ਦੀ ਕਿੰਨੀ ਗਲਤੀ ਹੈ ਕਿ ਨਹੀਂ ਹੈ, ਤੁਸੀਂ ਕੀ ਸੋਚਦੇ ਹੋ? ਸਟੂਡੈਂਟਸ ਜਿਹੜੇ ਪਹਿਲਾਂ ਵਿਚਾਰੇ ਆਪ ਪੜ੍ਹਾਈ ਕਰਕੇ ਉੱਥੋਂ ਤੱਕ ਪਹੁੰਚੇ ਵੀ ਉਹ ਕੈਨੇਡਾ ਆ ਸਕਣ, ਫਿਰ ਮਾਂ-ਬਾਪ ਦੇ ਸੁਪਨੇ, ਮਾਂ-ਬਾਪ ਨੇ ਆਪਣੀਆਂ ਪੈਲੀਆਂ ਗਹਿਣੇ ਤੱਕ ਰੱਖ ਕੇ ਉਹਨਾਂ ਵਾਸਤੇ ਪੈਸੇ ਇਕੱਠੇ ਕੀਤੇ, ਮਿਹਨਤਾਂ ਕੀਤੀਆਂ, ਉਹਨਾਂ ਨੇ ਇੱਕ ਘਾਲਣਾ ਘਾਲ ਕੇ ਇਹ ਸਟੇਟਸ ਹਾਸਲ ਕੀਤਾ, ਕੈਨੇਡਾ ਦੀ ਧਰਤੀ ਤੇ ਪਹੁੰਚੇ, 4 ਸਾਲ ਉਹਨਾਂ ਨੇ ਪੜ੍ਹਾਈ ਕੀਤੀ, ਗਵਰਨਮੈਂਟ ਨੂੰ ਟੈਕਸ ਤਾਰਿਆ, ਕਿੰਨੀਆਂ ਮੁਸ਼ਕਲਾਂ ਸਹੀਆਂ। ਆਪਾਂ ਸਾਰੇ ਜਾਣਦੇ ਹਾਂ ਸਟੂਡੈਂਟਸ ਦੀ ਲਾਈਫ ਇੱਥੇ ਈਜ਼ੀ ਨਹੀਂ ਹੈ। ਉਹਨਾਂ ਨੂੰ ਮਿਲਿਆ ਕੀ? ਧੋਖਾ। ਸਟੂਡੈਂਟਸ ਦਾ ਕਸੂਰ ਸਿਰਫ ਇੰਨਾ ਸੀਗਾ ਕਿ ਉਹਨਾਂ ਨੇ ਕਿਸੇ ਏਜੰਟ ਦੇ ਉੱਤੇ ਵਿਸ਼ਵਾਸ ਕਰ ਲਿਆ ਕਿ ਇਹ ਉਹਨਾਂ ਦੇ ਨਾਲ, ਉਹਨਾਂ ਨੂੰ ਇਹੀ ਨਾਮ ਮਿਲਣਾ ਚਾਹੀਦਾ ਸੀ ਕਿ ਇਹਦੇ ਨਾਲ ਹੁਣ ਬੱਚਿਆਂ ਦੀ ਜ਼ਿੰਮੇਵਾਰੀ ਹੋ ਗਈ। ਉਹਨਾਂ ਦੀ ਜ਼ਿੰਦਗੀ ਦੇ ਉਹ 4 ਸਾਲ ਜਾਂ 5 ਸਾਲ ਕਿੱਥੋਂ ਮੋੜ ਕੇ ਦੇਵੋਗੇ? ਪਰ ਇਹ ਇੰਨਾ ਵੱਡਾ ਡਿਸੀਜਨ ਲਿਆ, ਇੰਨੇ ਲਾਇਕ ਬੱਚੇ ਅਸੀਂ ਕਹਿੰਦੇ ਆ ਵੀ ਆਇਲਸ ਦਾ ਪੇਪਰ ਕਲੀਅਰ ਕੀਤਾ, ਕੱਲੇ ਆਪਣੇ ਦਮ ਤੇ ਕੈਨੇਡਾ ਆਉਣਾ ਹੈ, ਇੱਕ ਅਲੱਗ ਮੁਲਕ ਚ ਆਉਣਾ ਹੈ, ਤੇ ਇੰਨੀ ਜ਼ਿੰਮੇਵਾਰੀ ਨਹੀਂ ਬਣੀ ਵੀ ਜਿੱਥੇ ਸਾਈਨ ਹੋਇਆ ਉੱਥੇ ਸਾਈਨ ਕਰਤੇ। ਕੋਈ ਵੀ ਕਾਗਜ਼ ਹੈ ਤੁਹਾਡੀ ਜ਼ਿੰਮੇਵਾਰੀ ਹੈ ਜੋ ਤੁਸੀਂ ਸਾਈਨ ਕਰਨਾ ਹੈ, ਉਹਨੂੰ ਪੜ੍ਹ ਕੇ ਨਹੀਂ ਕਰ ਸਕਦੇ ਸੀ? ਕਿਉਂਕਿ ਦੇਖੋ ਜਾਂ ਤਾਂ ਹੁੰਦਾ ਲੈਟਰ ਬਹੁਤ ਸਹੀ ਸੀਗੇ, ਇਹਨਾਂ ਧੋਖਾ ਹੋ ਗਿਆ। ਜਦੋਂ ਤੁਸੀਂ ਇਹ ਲੈਟਰਾਂ ਦੇਖਦੇ ਹੋ, ਇਹਨਾਂ 'ਚ ਇੰਨੀਆਂ ਸਪੈਲਿੰਗ ਮਿਸਟੇਕਸ, ਐਂ ਲੱਗਦਾ ਕਿਸੇ ਜਵਾਕ ਨੇ ਬਣਾਈ ਹੋਈ ਹੈ, ਸ਼ਰੇਆਮ ਪਤਾ ਲੱਗਦਾ ਵੀ ਕੁਛ ਤਾਂ ਘਪਲਾ ਹੈ। ਤੇ ਆਪਾਂ ਐ ਕਿਵੇਂ ਇਹਨਾਂ ਨੂੰ ਇੱਕਦਮ ਹੀ ਫਾਰਿਗ ਕਰ ਦਈਏ ਵੀ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ, ਇਹ ਤਾਂ ਵਿਕਟਿਮ ਨੇ। ਇੱਕ ਸਟੂਡੈਂਟ ਆ, ਉਹਦੇ ਵਾਸਤੇ ਪਹਿਲੀ ਵਾਰ ਕੈਨੇਡਾ ਆਉਣਾ ਉਹਨੇ, ਕੀ ਉਹਦੇ ਵਾਸਤੇ ਉਹਦੇ ਕੋਲ ਕੋਈ ਤਜਰਬਾ ਹੈ, ਕੀ ਉਹਦੇ ਮਾਂ-ਬਾਪ ਦੇ ਕੋਲ ਕੋਈ ਜਾਣਕਾਰੀ ਇੰਨੀ ਹੈ ਕਿ ਉਹ ਇਸ ਸਥਿਤੀ 'ਚ ਹੁੰਦਾ ਹੈ ਕਿ ਉਹ ਇਸ ਚੀਜ਼ ਨੂੰ ਵੈਰੀਫਾਈ ਕਰ ਸਕੇ? ਜੇ ਉਹਨਾਂ ਕੋਲੇ ਇੰਨੇ ਹੀ ਰਿਸੋਰਸਿਸ ਹੁੰਦੇ, ਜੇ ਉਹ ਇੰਨੇ ਹੀ ਕਾਬਲ ਹੋ ਸਕਦੇ ਕਿ ਉਹ ਆਪਣੇ ਆਪ ਆਪਣੇ ਲੈਵਲ ਤੇ ਇਹਨਾਂ ਚੀਜ਼ਾਂ ਦੀ ਸੱਚ ਝੂਠ ਨੂੰ ਉਹ ਵੈਰੀਫਾਈ ਕਰ ਸਕਦੇ ਹੁੰਦੇ, ਫਿਰ ਉਹਨਾਂ ਨੂੰ ਇਹਨਾਂ ਧੋਖੇਬਾਜ਼ ਏਜੰਟਾਂ ਦੀ ਲੋੜ ਕਿਉਂ ਪੈਂਦੀ?
ਮੈਂ ਤਾਂ ਇਸ ਗੱਲ ਤੋਂ ਬਿਲਕੁਲ ਸਹਿਮਤ ਹਾਂ। ਦੇਖੋ ਜੀ, ਮੈਂ ਤਾਂ ਆਪਣੀ PR ਦੀ ਐਪਲੀਕੇਸ਼ਨ ਵੀ ਆਪ ਲਈ ਹੈ, ਮੈਂ ਤਾਂ ਸਾਰਾ ਕੁਝ ਆਪ ਕੀਤਾ ਹੈ, ਪਰ ਮੇਰਾ ਸਵਾਲ ਸਿਰਫ ਇੰਨਾ ਕੁ ਸੀਗਾ ਤੁਹਾਨੂੰ ਕਿ ਯਾਰ ਇੰਨਾ ਸੌਖਾ ਤੁਸੀਂ ਫਾਰਿਗ ਕਰਤਾ ਵੀ ਇਹ ਤਾਂ ਵਿਕਟਿਮ ਨੇ। ਮੈਂ ਤਾਂ ਕਹਿ ਰਿਹਾ ਜੇ ਤੁਸੀਂ ਏਜੰਟ ਪਾਇਆ, ਸਭ ਕੀਤਾ ਹੈ, ਤੁਸੀਂ ਕਾਗਜ਼ਾਂ ਤੇ ਜਿਹਨਾਂ ਦੇ ਸਾਈਨ ਕਰ ਰਹੇ ਹੋ ਉਹ ਤਾਂ ਪੜ੍ਹ ਲਓ ਐਟਲੀਸਟ, ਉਹ 'ਚ ਕੀ ਲਿਖਿਆ ਕੁਝ ਤਾਂ ਉਹ 'ਚ ਵੈਰੀਫਾਈ ਕਰ ਲਓ। ਹੁਣ ਆ ਜਿਹੜੀ ਗੱਲ ਆ ਗਈ ਵੀ ਏਜੰਟ ਨੇ ਜੀ ਆਪ ਤਾਂ ਸਾਈਨ ਨਹੀਂ ਸੀ ਕੀਤੇ, ਬੱਚਿਆਂ ਦੇ ਸਾਈਨ ਕਰਾ ਲਏ ਸੀਗੇ, ਤੇ ਤੁਸੀਂ ਕੁਝ ਤਾਂ ਦੇਖੋ। ਤੁਸੀਂ ਏਜੰਟ ਨੂੰ ਪੈਸੇ ਦੇ ਰਹੇ ਹੋ, ਜਦੋਂ ਤੁਸੀਂ ਟਰਮਸ ਐਂਡ ਕੰਡੀਸ਼ਨ ਪੜ੍ਹੋਗੇ ਉਹ 'ਚ ਇੰਨਾ ਹੀ ਲਿਖਿਆ ਹੋਊਗਾ ਕਿ ਮੈਂ ਅਥਾਰਟੀ ਦੇ ਰਿਹਾ ਵੀ ਮੇਰੀ ਜਗ੍ਹਾ ਕੋਈ ਹੋਰ ਮੇਰੇ ਲਈ ਆ ਕੰਮ ਕਰ ਰਿਹਾ। ਤੁਸੀਂ ਉਹ 'ਚ ਵੀ ਸਾਈਨ ਆਪ ਹੀ ਕਰਤੇ, ਇਹ ਵੀ ਨਹੀਂ ਦੇਖਿਆ। ਦੇਖੋ ਇਹਦੇ ਨਾਲ ਤਾਂ ਇਹ ਚੀਜ਼ ਪੱਕੀ ਇਹ ਹੈ ਵੀ ਏਜੰਟ ਨੇ ਜੋ ਕਿਹਾ ਕਰਤਾ। ਮੈਂ ਤਾਂ ਬਾਰ-ਬਾਰ ਆਪਣੀ ਵੀਡੀਓਜ਼ 'ਚ ਵੀ ਜ਼ਿਕਰ ਕਰਦਾ ਕਿ LMIA ਹੋਵੇ, ਕੋਈ ਵੀ ਹੋਵੇ, ਏਜੰਟ ਕਿੰਨਾ ਮੋਟਾ ਪੈਸਾ ਲੈਂਦੇ ਨੇ। ਆਪਾਂ ਕਿਹੜਾ ਸੋਚਦੇ ਹਾਂ ਸਾਨੂੰ ਵੀ ਤਾਂ ਅੱਗ ਲੱਗੀ ਹੈ ਕੈਨੇਡਾ ਆਉਣ ਦੀ ਵੀ ਯਾਰ ਤੂੰ ਕੈਨੇਡਾ ਪਹੁੰਚਾ ਦੇ। ਆਪਾਂ ਕਹਿ ਰਹੇ ਹਾਂ ਇਹ ਵਿਕਟਿਮ ਨੇ ਸਟੂਡੈਂਟਸ, ਇਹੋ ਜਿਹੇ ਬਹੁਤ ਨੇ। ਅਸੀਂ ਮੰਨੀਏ ਚਾਹੇ ਨਾ, ਕਿਉਂਕਿ ਸਾਡੇ ਤੇ ਹੁਣ ਸਾਡੇ ਨਾਲ ਕੁਝ ਗਲਤ ਹੋ ਰਿਹਾ, ਪਰ ਮੰਨੀਏ ਚਾਹੇ ਨਾ, ਕਿੰਨੇ ਸਟੂਡੈਂਟ ਇਹ ਵੀ ਜਾਂਦੇ ਨੇ ਵੀ ਯਾਰ ਤੂੰ ਜਿਵੇਂ ਮਰਜ਼ੀ ਪਹੁੰਚਾ ਦੇ, ਚਾਹੇ ਸਾਲੀ ਫੇਕ ਆਫਰ ਲੈਟਰ ਹੀ ਦਵਾ ਦੇ। ਪਰ ਜਿੰਨੇ ਦੇ ਜਿੰਨੇ ਸਾਰੇ ਦੇ ਸਾਰੇ ਸਟੂਡੈਂਟ ਹੈਗੇ ਆ, ਹੋ ਸਕਦਾ ਵਿੱਚੋਂ ਕੁਝ ਗਿਣਤੀ ਇਹ ਜੀ ਹੋਵੇ ਜਿਹੜੇ ਉਸ ਚੀਜ਼ ਨੂੰ ਕੁਆਲੀਫਾਈ ਨਾ ਕਰਦੇ ਹੋਣ ਤੇ ਉਸ ਕੁਆਲੀਫਿਕੇਸ਼ਨ ਦੇ ਗੈਪ ਨੂੰ ਘੱਟ ਕਰਨ ਵਾਸਤੇ ਉਹ ਇਸ ਤਰ੍ਹਾਂ ਦੀਆਂ ਆਫਰਾਂ ਵੀ ਐਕਸੈਪਟ ਕਰਦੇ ਹੋਣ। ਪਰ ਜਿੰਨੇ ਬੱਚੇ ਇੰਨੀ ਵੱਡੀ ਗਿਣਤੀ ਦੇ ਵਿੱਚ ਇਹਦੇ ਵਿੱਚ ਆ ਚੁੱਕੇ ਆ ਜਾਂ ਜਿਨ੍ਹਾਂ ਦੇ ਆਉਣ ਦਾ ਖਦਸ਼ਾ ਹੈ, ਕੀ ਉਹ ਸਾਰੇ ਦੇ ਸਾਰੇ ਗਲਤ ਹੋਣਗੇ? ਕੀ ਉਹਨਾਂ ਸਾਰਿਆਂ ਦੀ ਕੁਆਲੀਫਿਕੇਸ਼ਨ ਜਿਹੜੀ ਹੈਗੀ ਆ ਉਹ ਨਲ ਐਂਡ ਵਾਈਡ ਹੋ ਜੂਗੀ? ਨਹੀਂ, ਬਿਲਕੁਲ ਤੁਹਾਡੀ ਸਹੀ ਗੱਲ ਹੈ, ਸਾਰੇ ਗਲਤ ਨਹੀਂ ਹੋਣਗੇ, ਪਰ ਇਹ ਜਿਹੜੀ ਪ੍ਰੈਕਟਿਸਿਸ ਹੈ ਜਦੋਂ ਆਮ ਹੁੰਦੀਆਂ ਰਹਿੰਦੀਆਂ ਨੇ ਤਾਂ ਹੀ ਇਹੋ ਜਿਹੇ ਘਪਲੇ ਹੋਣ ਦਾ ਚਾਂਸ ਵੱਧਦਾ ਹੈ ਨਾ। ਜਦੋਂ ਏਜੰਟਾਂ ਕੋਲ ਇੰਨਾ ਕੌਨਫੀਡੈਂਸ ਆ ਜਾਂਦਾ ਹੈ ਕਿ ਬੱਚੇ ਤਾਂ ਤਿਆਰ ਬੈਠੇ ਨੇ, ਤੇ ਆ ਸਾਨੂੰ ਸੱਚ ਪਤਾ ਹੈ ਸਾਰੇ ਤਿਆਰ ਬੈਠੇ ਆ, ਬਸ ਕਿਸੇ ਤਰ੍ਹਾਂ ਕੈਨੇਡਾ ਆ ਜਾਈਏ। ਇਹ ਜਿਹੜਾ ਸਟੱਡੀ ਵੀਜ਼ਾ ਪ੍ਰੋਗਰਾਮ ਹੈ, ਕਿੰਨੇ ਕੁ ਬੱਚੇ ਇੱਥੇ ਐਕਚੁਅਲੀ ਪੜ੍ਹਾਈ ਕਰਨ ਲਈ ਆਉਂਦੇ ਨੇ? ਅਸੀਂ ਆਪ ਨੂੰ ਪੁੱਛ ਕੇ ਦੇਖ ਲਈਏ ਸਾਡੀ ਕਮਿਊਨਿਟੀ 'ਚ ਕਿਹੜਾ ਬੱਚਾ ਹੈ, ਕਿੰਨੇ ਕੁ ਪਰਸੈਂਟੇਜ ਹੋਊਗੀ ਜਿਹੜਾ ਕਹੂਗਾ ਯਾਰ ਮੈਂ ਤਾਂ ਇਹ ਕੋਰਸ ਕਰਨਾ ਹੈ ਕਿਉਂਕਿ ਉੱਥੇ ਪੜ੍ਹਾਈ ਵਧੀਆ ਹੈ। ਆਪਾਂ ਤਾਂ ਇਹ ਜਾਣਦੇ ਵੀ ਜ਼ਰੀਆ ਯਾਰ ਕੈਨੇਡਾ ਪਹੁੰਚ ਜਾਈਏ ਕਿਸੇ ਪਰ ਠੀਕ ਹੈ ਨਾ, ਉਹਨਾਂ ਦਾ ਜਿਹੜਾ ਅਲਟੀਮੇਟ ਟਾਰਗੇਟ PR ਤੱਕ ਪਹੁੰਚਣ ਦਾ ਸੀ ਉਹ ਤਾਂ ਡੀਫਾਈ ਹੋ ਗਿਆ ਨਾ। ਉਹ ਵਿਚਾਰੇ ਇੱਥੇ ਪੜ੍ਹਨ ਵਾਸਤੇ ਆਏ, ਉਦੋਂ ਬਾਅਦ ਉਹਨਾਂ ਨੇ PR ਲੈਣੀ ਸੀ, ਪੜ੍ਹਾਈ ਉਹਨਾਂ ਦੀ ਕੰਪਲੀਟ ਹੋ ਗਈ, 4 ਸਾਲ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਘੱਟੋ ਘੱਟ ਇਨਵੈਸਟ ਕੀਤੇ, ਹਰ ਕਿਸੇ ਨੇ, ਕਈਆਂ ਦੇ 5 ਵੀ ਹੋ ਗਏ ਆ, ਲੇਕਿਨ ਜਿਸ ਟਾਰਗੇਟ ਲਈ ਉਹ ਆਏ ਸੀ ਉਹ ਅਚੀਵ ਨਹੀਂ ਹੋ ਪਾਇਆ। ਉਲਟਾ ਉਹ ਠੱਗੇ ਹੋਏ ਮਹਿਸੂਸ ਕਰ ਰਹੇ ਆ, ਫਾਈਨੈਂਸ਼ੀਅਲੀ, ਮੈਂਟਲੀ ਤੇ ਫਿਜ਼ੀਕਲੀ। ਦੇਖੋ ਗਲਤ ਉਹਨਾਂ ਨਾਲ ਹੋਇਆ, ਏਜੰਟ ਨੇ ਗਲਤ ਕੀਤੀ ਹੈ, ਮੈਂ ਡਿਨਾਈ ਨਹੀਂ ਕਰ ਰਿਹਾ, ਪਰ ਆਪ ਜਦ ਤੱਕ ਜ਼ਿੰਮੇਵਾਰੀ ਲੈ ਕੇ ਆਪਣੇ ਕੰਮ ਨਹੀਂ ਕਰਾਂਗੇ ਧੋਖੇ ਇਸ ਦੁਨੀਆ 'ਚ ਹੋਣੇ ਹੀ ਹੋਣੇ ਨੇ। ਮੇਰਾ ਸਿਰਫ ਇੰਨਾ ਕੁ ਪੁਆਇੰਟ ਸੀਗਾ। ਅੱਛਾ, ਅਗਲੀ ਗੱਲ ਕਰ ਲੈਂਦੇ ਆ, ਸਰਕਾਰਾਂ ਕੀ ਕਰ ਰਹੀਆਂ? IRCC ਕੀ ਕਰ ਰਹੀ ਹੈ? ਇੱਕ ਪੂਰੇ ਦਾ ਪੂਰਾ ਵਿਭਾਗ ਆ, ਉਹਨਾਂ ਕੋਲੇ ਪੂਰੇ ਦਾ ਪੂਰਾ ਇੱਕ ਢਾਂਚਾ ਹੈ। ਹੁਣ ਤੁਸੀਂ ਵੀ PR ਆਏ ਹੋ, ਮੈਂ ਵੀ PR ਆਇਆ, ਸਾਡੀਆਂ ਫਾਈਲਾਂ ਨੂੰ ਕਿੰਨੀ ਚੰਗੀ ਤਰ੍ਹਾਂ ਨਾਲ ਖੰਗਾਲਿਆ ਗਿਆ, ਸਾਡੀ ਹੈਲਥ, ਸਾਡੇ ਫਾਈਨੈਂਸਿਸ, ਸਾਡੀ ਕੁਆਲੀਫਿਕੇਸ਼ਨਸ, ਸਾਡਾ ਐਕਸਪੀਰੀਅੰਸ, ਹਰ ਇੱਕ ਚੀਜ਼ ਵੈਰੀਫਾਈ ਹੋਇਆ। ਜਦੋਂ ਇਹ ਬੱਚਿਆਂ ਤੋਂ ਫੀਸਾਂ ਲਈਆਂ ਜਾਂਦੀਆਂ, ਜਦੋਂ ਇਹ ਬੱਚੇ ਟੈਕਸਿਸ ਭਰਦੇ ਆ, ਜਦੋਂ ਹਰ ਇੱਕ ਚੀਜ਼ ਦਾ ਪੈਸਾ, ਵੀਜ਼ਾ ਲੈਣ ਵਾਸਤੇ ਸਾਨੂੰ ਫੀਸ ਭਰਨੀ ਪੈਂਦੀ ਹੈ, ਤਾਂ ਉਹ ਫੀਸ ਕਿਸ ਚੀਜ਼ ਦੀ ਹੈ? ਅਸੀਂ ਕੋਈ ਵਸਤੂ ਨਹੀਂ ਖਰੀਦ ਰਹੇ, ਅਸੀਂ ਸੇਵਾਵਾਂ ਦੇ ਪੈਸੇ ਦੇ ਰਹੇ ਹਾਂ। ਤੇ ਉਹ ਸੇਵਾ ਹੋਰ ਕੀ ਹੈ? ਤੁਸੀਂ ਜਦੋਂ ਵੀਜ਼ਾ ਜਾਰੀ ਕਰਨਾ ਹੈ ਤੁਸੀਂ ਉਹਦੀ ਪੂਰੀ ਵੈਰੀਫਿਕੇਸ਼ਨ ਕਰੋ। ਕੈਨੇਡਾ ਤੋਂ ਲੈਟਰ ਇਸ਼ੂ ਹੋਏ ਹੈ, ਬੱਚਾ ਉੱਥੇ ਬੈਠਾ ਹੈ, ਬੱਚੇ ਕੋਲੇ ਕੋਈ ਜ਼ਰੀਆ ਨਹੀਂ ਹੈਗਾ ਵੈਰੀਫਾਈ ਕਰਨ ਦਾ, ਜਾਂ ਕਹਿ ਲਓ ਚਲੋ ਉਸਨੇ ਉਹਦਾ ਤਰੱਦਦ ਨਹੀਂ ਕੀਤਾ, ਸਰਕਾਰ ਤਾਂ ਬੜੇ ਆਰਾਮ ਨਾਲ ਕਰ ਸਕਦੀ ਹੈ। IRCC ਡਿਪਾਰਟਮੈਂਟ ਬੜੇ ਆਰਾਮ ਨਾਲ ਉਸ ਚੀਜ਼ ਨੂੰ ਵੈਰੀਫਾਈ ਕਰ ਸਕਦਾ, ਕਿਉਂ ਨਹੀਂ ਕੀਤਾ ਗਿਆ? ਬਿਲਕੁਲ, ਇਹ ਗੱਲ ਨਾ ਸੁਣਨ ਨੂੰ ਬਹੁਤ ਸਹੀ ਲੱਗਦੀ ਹੈ ਵੀ ਯਾਰ ਤੁਸੀਂ ਸਟੱਡੀ ਪਰਮਿਟ ਕਿਵੇਂ ਦੇ ਦਿੱਤੇ। ਇਹ ਗੱਲ ਵੈਸੇ ਬਿਲਕੁਲ ਸਹੀ ਹੈ, ਪਰ ਹਰ ਚੀਜ਼ ਦੀਆਂ ਨਾ ਤਹਿਾਂ ਹੁੰਦੀਆਂ ਨੇ, ਇਹਦੀਆਂ ਤਹਿਾਂ ਲਾਉਂਦੇ ਆ। ਆਪਾਂ ਵੀ ਬਹੁਤ ਇਹੋ ਜਿਹੇ ਕੇਸ ਦੇਖਦੇ ਆ ਜਿਹੜੇ PR ਲਈ ਵੀ ਫੇਕ ਇੰਪਲੋਇਮੈਂਟ ਲੈਟਰ ਬਣਾਉਂਦੇ ਨੇ। ਕੈਨੇਡਾ ਕੀ ਕਰੂਗਾ? ਕੈਨੇਡਾ ਨੇ ਜਦੋਂ ਲੱਗਿਆ ਵੀ ਇਹ ਧੋਖਾ ਹੋ ਰਿਹਾ, ਫਰਾਡ ਹੋ ਰਿਹਾ, ਉਹਨੇ ਰੈਂਡਮ ਕਾਲਿੰਗ ਸ਼ੁਰੂ ਕਰਤੀ ਵੀ ਇੰਪਲੋਇਰ ਨੂੰ ਵੀ ਤੁਹਾਡੇ ਕੋਲ ਸੱਚੀ ਬੰਦਾ ਕੰਮ ਕਰਦਾ, ਕਿਉਂਕਿ ਅਸੀਂ ਇਹੋ ਜਿਹਾ ਸਾਡਾ ਦਿਮਾਗ ਹੈ ਕਿ ਅਸੀਂ ਫਰਾਡ ਕਰਨ ਲਈ ਵਿੱਚੋਂ ਲੂਪ ਹੋਲ ਲੱਭ ਲੈਂਦੇ ਆ। ਇਹੀ ਆਪਾਂ ਕਰਦੇ ਹਾਂ, ਜਿਵੇਂ ਹੁਣ ਕਹਿੰਦੇ ਬਰੈਂਪਟਨ 'ਚ ਜੀ ਦਾ ਜਿਹੜਾ ਲਾਇਸੈਂਸ ਹੈ ਉਹ ਲੈਣਾ ਬਹੁਤ ਔਖਾ ਹੈ। ਕਿਉਂਕਿ ਅਸੀਂ ਇੰਨਾ ਘਪਲਾ ਕਰਨ ਲੱਗ ਗਏ, ਅਸੀਂ ਲੂਪ ਹੋਲ ਲੱਭਣ ਲੱਗ ਗਏ ਕਿ ਉਹ ਸਟ੍ਰਿਕਟ ਹੋ ਗਏ। ਇਹੋ ਜਿਹੇ ਕਈ ਕੇਸ ਨੇ। ਆ ਫੇਕ ਜਿਹੜੇ ਵਿਆਹ ਹੋਣ ਲੱਗ ਗਏ ਸੀਗੇ, ਹੁਣ ਕੈਨੇਡਾ ਇੱਥੇ ਕਿੰਨਾ ਸਟ੍ਰਿਕਟ ਹੋ ਗਿਆ। ਹੁਣ ਅਸੀਂ ਨਵਾਂ ਤਰੀਕਾ ਲੱਭ ਲਿਆ ਵੀ ਜੀ ਮੁੰਡੇ ਸਾਡੇ ਤੋਂ ਆਇਲਸ ਹੁੰਦੀ ਨਹੀਂ, ਕੁੜੀ ਨੂੰ ਕਰਾ ਦਿੰਦੇ ਆ, ਪੈਸੇ ਅਸੀਂ ਦੇਵਾਂਗੇ, ਬਸ ਵਿਆਹ ਕਰਾ ਕੇ ਕੈਨੇਡਾ ਲੈ ਜਾਓ। ਇਸੇ ਤਰ੍ਹਾਂ ਜਦੋਂ ਅਸੀਂ ਲੱਭ ਲਿਆ ਇਹ ਲੂਪ ਹੋਲ ਕਿ ਯਾਰ ਸਟੱਡੀ ਪਰਮਿਟ ਹੀ ਚਾਹੀਦਾ ਹੈ, ਲਓ ਜੀ ਫੇਕ ਆਫਰ ਲੈਟਰ ਬਣਾ ਦਿੰਦੇ ਆ। ਸੋ ਇਹ ਗੱਲ ਬਿਲਕੁਲ ਸਹੀ ਹੈ ਸੁਣਨ ਨੂੰ ਕਿ ਕੈਨੇਡਾ ਨੇ ਚੈੱਕ ਕਿਉਂ ਨਹੀਂ ਕੀਤਾ, ਪਰ ਇਹ ਵੀ ਤਾਂ ਸੋਚੋ ਕਿ ਕੈਨੇਡਾ ਨੂੰ ਇਹਦਾ ਅੰਦੇਸ਼ਾ ਹੀ ਨਹੀਂ ਸੀਗਾ। ਉਹਨੂੰ ਲੱਗਿਆ ਯਾਰ ਆਫਰ ਲੈਟਰ ਹੈਗੀ ਕਾਲਜ ਦੀ, ਇਹਦਾ ਮਤਲਬ ਸਹੀ ਹੋਊਗੀ। ਉਹਨਾਂ ਨੇ ਮੈਨੂੰ ਤਾਂ ਲੱਗਦਾ ਇਹੀ ਨਹੀਂ ਸੋਚਿਆ ਹੋਣਾ ਵੀ ਯਾਰ ਇਹ 'ਚ ਵੀ ਫਰਾਡ ਹੋ ਸਕਦਾ। ਸੋ ਜਿੱਥੇ ਤੱਕ ਇਹ ਗੱਲ ਸਹੀ ਹੈ, ਉਨੀ ਹੀ ਆਪਣੀ ਜ਼ਿੰਮੇਵਾਰੀ ਫਿਕਸ ਕਰਨੀ ਬਹੁਤ ਜ਼ਰੂਰੀ ਹੈ ਕਿ ਅਸੀਂ ਲੂਪ ਹੋਲ ਲੱਭ ਕੇ ਫਰਾਡ ਕਰਦੇ ਹਾਂ, ਜਿਹਦੇ ਲਈ ਸ਼ਾਇਦ ਕੈਨੇਡਾ ਤਿਆਰ ਹੀ ਨਹੀਂ ਸੀਗਾ। ਪਰ ਫਿਰ ਵੀ ਇਸ਼ਰਤ, ਕੈਨੇਡਾ ਸਰਕਾਰ ਬੱਚਿਆਂ ਤੋਂ 4 ਸਾਲ ਟੈਕਸ ਲੈ ਕੇ, ਉਹਨਾਂ ਤੋਂ 4 ਸਾਲ ਪੂਰੇ ਜ਼ਬਰਦਸਤ ਤਰੀਕੇ ਨਾਲ ਕੰਮ ਲੈ ਕੇ, ਉਹਨਾਂ ਨੂੰ ਐਕਸਪਲੋਇਟ ਕਰਕੇ, ਮੈਂ ਤਾਂ ਕਹੂੰਗਾ ਇਨਫੈਕਟ, ਕਿ ਉਹਨਾਂ ਨੂੰ ਹੁਣ ਇੱਦਾਂ ਘਰ ਭੇਜ ਦੇਣਗੇ? ਕੀ ਇਹ ਸਹੀ ਤਰੀਕਾ ਹੈਗਾ? ਕੀ ਇਹੀ ਇਹਦਾ ਹੱਲ ਹੈ? ਨਹੀਂ, ਇਹਨਾਂ ਨੂੰ ਹਿਊਮੈਨਿਟੇਰੀਅਨ ਗਰਾਊਂਡ ਤੇ ਵੀ ਸੋਚਣਾ ਚਾਹੀਦਾ ਹੈ। ਠੀਕ ਹੈ, ਉਹਦੇ ਵਿੱਚੋਂ ਕੁਝ ਪਰਸੈਂਟੇਜ ਹੋ ਸਕਦੀ ਹੈ ਜਿਹੜੇ ਬੱਚਿਆਂ ਨੇ ਖੁਦ ਕਹਿ ਕੇ ਜਾਲੀ ਆਫਰ ਲੈਟਰ ਬਣਵਾਈਆਂ ਹੋਣ,
ਪਰ ਕੀ ਸਾਰਿਆਂ ਨੂੰ ਇੱਕੇ ਦੜੇ ਸੱਟੇ ਤੋਲਣਾ, ਮੈਨੂੰ ਨਹੀਂ ਲੱਗਦਾ ਇਹ ਇਨਸਾਫ ਹੈ। ਇਹ ਨਾ ਇਨਸਾਫੀ ਹੈ। ਇਹਨਾਂ ਬੱਚਿਆਂ ਨੂੰ ਇਨਸਾਫ ਮਿਲਣਾ ਚਾਹੀਦਾ। ਨਹੀਂ, ਮੈਂ ਦੇਖੋ, ਚਾਹੇ ਮੈਂ ਸਾਊਂਡ ਐਵੇਂ ਕਰ ਰਿਹਾ ਕਿ ਬੱਚਿਆਂ ਦੇ ਖਿਲਾਫ ਐਵੇਂ ਨਹੀਂ ਹੈ, ਮੈਨੂੰ ਸਿਰਫ ਇਸ ਗੱਲ ਦਾ ਗੁੱਸਾ ਹੈ ਕਿ ਇੱਕ ਤਾਂ ਤੁਸੀਂ ਸਿਸਟਮ ਨੂੰ ਐਕਸਪਲੋਇਟ ਕੀਤਾ, ਫਰਾਡ ਕੀਤਾ, ਬਹੁਤ ਲੋਕ ਉਹ 'ਚ ਸ਼ਾਮਿਲ ਨੇ। ਦੂਜਾ ਕਿ ਅਸੀਂ ਜ਼ਿੰਮੇਵਾਰ ਨਹੀਂ ਬਣਦੇ। 18 ਸਾਲ ਦੇ ਹੋ ਗਏ, ਐਡਲਟ ਹੋ ਗਏ, ਆਪ ਜ਼ਿੰਮੇਵਾਰੀ ਲੈਣੀ ਚਾਹੀਦੀ ਸੀ। ਲੈਟਰਾਂ ਚੈੱਕ ਜਿੰਨਾ ਕਰ ਸਕਦੇ ਸੀ ਉਨਾ ਕਰਦੇ। ਪਰ ਹਾਂ, ਇਹ ਕੈਨੇਡਾ ਦੀ ਗਲਤੀ ਹੋਊਗੀ ਜੇ ਡੈਪੋਟੇਸ਼ਨ ਨੋਟਿਸ ਗਏ ਨੇ, ਤੇ ਜੇ ਸਾਰੇ ਦੇ ਸਾਰੇ ਐਵੇਂ ਬੱਚੇ ਡਿਪੋਰਟ ਹੁੰਦੇ ਨੇ, ਉਹ ਕੈਨੇਡਾ ਦੀ ਗਲਤੀ ਹੈ। 4 ਸਾਲ ਇੱਥੇ ਰਹੇ ਨੇ, ਦੇ ਆਰ ਵਿਕਟਿਮਸ ਆਫ ਅ ਫਰਾਡ, ਉਹਨਾਂ ਦੀ ਉਹ ਚੀਜ਼ਾਂ ਕੰਸੀਡਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ। ਜਿਹੜੇ ਇੱਕ ਅੱਧੇ ਬੱਚੇ ਨੂੰ ਕੋਰਟ ਵਿੱਚ ਜਾ ਚੁੱਕਾ, ਜਿਹੜਾ ਚੈਲੰਜ ਕਰ ਚੁੱਕਾ ਹੈ, ਉੱਥੇ ਮੈਂ ਪੜ੍ਹ ਰਿਹਾ ਸੀਗਾ ਕਿ ਇੱਕ ਜੱਜ ਨੇ ਕਿਹਾ ਕਿ ਤੁਹਾਡੀ ਜ਼ਿੰਮੇਵਾਰੀ ਸੀ ਕਿਉਂਕਿ ਤੁਸੀਂ ਸਾਈਨ ਕੀਤਾ, ਜਿਹੜੀ ਗੱਲ ਮੈਂ ਕਰ ਰਿਹਾ ਇਸ ਕਰਕੇ ਤੁਸੀਂ ਕਸੂਰਵਾਰ ਹੋ। ਕਿਉਂਕਿ ਬਹੁਤ ਦੇਸ਼ਾਂ ਵਿੱਚ, ਜਿਵੇਂ ਇੰਡੀਆ ਵਿੱਚ ਵੀ ਇਹ ਲਾਅ ਸੀਗਾ ਕਿ ਲਾਅ ਦੀ ਨੌਲੇਜ ਨਾ ਹੋਣਾ ਤੁਹਾਨੂੰ ਬਰੀ ਨਹੀਂ ਕਰਦੀ। ਜਿਵੇਂ ਅਸੀਂ ਕਹਿੰਦੇ ਸੌਰੀ ਜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਹ ਲਾਅ ਹੈ, ਉਹ ਤੁਹਾਨੂੰ ਕਦੀ ਬਰੀ ਨਹੀਂ ਕਰਦਾ। ਸੋ ਇਹ ਚੀਜ਼ਾਂ ਦਾ ਖਿਆਲ ਰੱਖਣਾ ਪੈਣਾ। ਪੰਜਾਬ ਸਰਕਾਰ ਐਕਸ਼ਨ ਤਾਂ ਲੈ ਰਹੀ ਹੈ। ਤੁਹਾਨੂੰ ਦੱਸ ਦਵਾਂ, ਇਹੀ ਬ੍ਰਿਜੇਸ਼ ਮਿਸ਼ਰਾ ਜਿਹੜਾ ਇਹ 700 ਸਟੂਡੈਂਟਸ ਨੂੰ ਫੇਕ ਆਫਰ ਲੈਟਰ ਦੇਣ ਦੇ ਇਲਜ਼ਾਮ ਭੁਗਤ ਰਿਹਾ ਹੈ, ਇਹਦਾ 2013 ਵਿੱਚ ਇੱਕ ਵਾਰ ਲਾਇਸੈਂਸ ਸਸਪੈਂਡ ਹੋ ਚੁੱਕਾ ਹੈ। ਪਰ ਇਹਨੇ ਕੀ ਕੀਤਾ, ਉਸ ਫਰਮ ਨੂੰ ਛੱਡਤਾ ਤੇ ਇੱਕ ਨਵੀਂ ਫਰਮ ਖੋਲ ਲਈ, ਏਵਲੀ ਫਰਮ, ਜਿਹਨੂੰ ਇਹ ਫੇਰ ਇੱਕ ਵਾਰੀ ਛੱਡ ਕੇ ਚਲਾ ਗਿਆ। ਕੱਲੇ ਮਾਰਚ ਵਿੱਚ ਹੀ ਗੱਲ ਕਰਾਂ ਤਾਂ ਲਗਭਗ 263 ਜਲੰਧਰ ਵਿੱਚ ਹੀ ਆਇਲਸ ਤੇ ਇਮੀਗ੍ਰੇਸ਼ਨ ਸੈਂਟਰਾਂ ਦੇ ਲਾਇਸੈਂਸ ਸਸਪੈਂਡ ਕੀਤੇ ਨੇ ਜਲੰਧਰ ਦੀ ਐਡਮਿਨਿਸਟ੍ਰੇਸ਼ਨ ਨੇ। ਪਰ ਇਹ ਵੀ ਸ਼ਾਇਦ ਕੱਲ ਨੂੰ ਨਵੀਂ ਫਰਮ ਖੋਲਣਗੇ ਜਾਂ ਇਹਦੇ ਜਵਾਬ ਦੇ ਕੇ ਇਹ ਕੰਮ ਫੇਰ ਜਾਰੀ ਰੱਖਣਗੇ। ਸੋ ਇਹ ਐਕਸ਼ਨ ਲੈਣਾ ਤੇ ਇਹਦੀ ਐਗਜ਼ੀਕਿਊਸ਼ਨ ਕਰਨਾ, ਤਾਂ ਕਿ ਇਹ ਜਿਹੜਾ ਪੂਰਾ ਫਰਾਡ ਹੈ ਤੇ ਹੋਰ ਜਿਹੜੇ ਤਰ੍ਹਾਂ ਦੇ ਘਪਲੇ ਚੱਲ ਰਹੇ ਨੇ, ਉਹ ਕਦੋਂ ਤੇ ਕਿਵੇਂ ਰੁਕਣਗੇ, ਸਵਾਲ ਇਹਨਾਂ ਹੈ।